मैं अपनी बेटी ਨੂੰ ਕਹਿੰਦੀ ਸੀ ਮੈਂ ਆਪਣੇ ਵੇਲੇ ਇੰਨਾ ਪੜ੍ਹਦੀ ਸੀ ਤੂੰ ਸੀਰੀਅਸ ਨਹੀਂ ਉਹ ਗਲਤ ਗੱਲ ਸਮਾਰਟਫੋਨ ਨੇ PSPs ਨੇ ਉਹਦੇ ਕੋਲ ਘਰ ਜਾ ਕੇ ਕੁਝ ਕਰਨ ਦੀ ਇੰਨੀ ਡਿਸਟਰੈਕਸ਼ਨ ਹੈ ਕਿ ਸਟੱਡੀ ਦੀ ਬੈਕ ਸੀ ਸਾਡੇ ਵਾਰੀ ਤਾਂ ਚੱਪਲ ਚੱਲ ਜਾਂਦੀ ਸੀ ਡੰਡੇ ਚੱਲ ਜਾਂਦੇ ਸੀਗੇ ਡਾਂਟ ਚੱਲ ਜਾਂਦੀ ਸੀ ਫੋਨ ਤੇ ਖਾਣਾ ਖਾ ਕੇ ਵੀ ਖਾਣਾ ਖਾਣਾ ਜ਼ਰੂਰੀ ਹੈ as teachers also I have realized ਕਿ ਟੀਚਰਸ ਗਿਆਨ ਦੇ ਦਿੰਦੇ ਨੇ ਬਟ ਉਹਦੀ ਪ੍ਰੈਕਟੀਕਲ ਇੰਪਲੀਕੇਸ਼ਨ ਨਹੀਂ ਹੈ ਇਹਨੂੰ ਵੇਟ ਕਰਾ ਲਓ ਇਹ ਪ੍ਰਾਈਮਰੀ ਹੈ ਇਹਨੂੰ ਆਪਾਂ ਟੀਚਰ ਲਾ ਟੈਕਨੋਲੋਜੀ ਦਾ ਇੰਨਾ ਬੂਮ ਆ ਗਿਆ ਹੈ ਕਿ ਟੀਚਰਸ ਲਈ ਉਹ ਜੌਬ ਐਕਚੁਅਲ ਚ 3:30 ਤੱਕ ਦੀ ਹੀ ਹੈ ਆਪਣੇ ਪਾਰਟਨਰ ਨਾਲ ਲੜਾਈ ਹੋਈ ਬੱਚੇ ਦੀ ਉਹ ਥੋੜਾ ਮੂਡ ਟੈਂਪਰਾਮੈਂਟ ਨਾਲ ਉਹ ਨਾ ਹੋਵੇ ਇਫ ਅ ਟੀਚਰ ਹੈਜ਼ 30 ਚਿਲड्रन 30 ਬੌਸਸ ਆਰ ਕਿ ਟੀਚਰ ਦਾ ਰੋਟੀ ਬਣਾਉਣ ਦਾ ਟਾਈਮ ਹੈ ਔਰ ਟੂ ਲੁੱਕ ਆਫਟਰ ਦ ਫੈਮਿਲੀ ਉਹਨਾਂ ਦਾ ਪਰਸਨਲ ਟਾਈਮ ਹੈ ਐਂਡ ਪੇਰੈਂਟ ਇਜ਼ ਕਾਲਿੰਗ ਅਪ ਕਿ ਇਹਨੇ ਰੋਟੀ ਨਹੀਂ ਖਾਧੀ ਔਰ ਵਾਟਸਐਵਰ द थिंग इज कुछ भी इशू होता है दे विल लाइक कि वी नो हमने नहीं पढ़ाना यहाँ पे हम someone who can consult the parents as well कि तुसी टीचर्स ਨਾਲ ਕਿਦਾਂ ਬਿਹੇਵ ਕਰਨਾ ਹੁੰਦਾ ਤਰਨਜੋਤ ਦੇ ਮੈਮ ਨੇ ਤਾਂ ਡਾਂਟਿਆ ਅੱਜ ਹਾਂਜੀ ਮਮਾ ਡਾਂਟਿਆ ਸੀ ਅਸੀਂ ਸਾਰੇ ਆਪਣੀ ਜ਼ਿੰਦਗੀ ਦੇ ਵਿੱਚ ਸਫਲ ਹੋਣਾ ਚਾਹੁੰਦੇ ਹਾਂ ਤੇ ਉਹ ਸਫਲ ਹੋਣ ਦੇ ਲਈ ਜ਼ਿੰਦਗੀ ਦੇ ਵਿੱਚ ਬਹੁਤ ਸਾਰੀ ਅੜਚਨਾਂ ਬਹੁਤ ਸਾਰੀ ਰੁਕਾਵਟਾਂ ਆਉਂਦੀਆਂ ਨੇ ਬਟ ਸਾਡੇ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਇੱਕ ਐਸਾ ਕਾਮਨ ਫੈਕਟਰ ਹੈਗਾ ਜਿਹੜਾ ਅਸੀਂ ਬਹੁਤ ਜ਼ਿਆਦਾ ਡਿਮੀਨ ਕਰ ਦਿੰਦੇ ਹਾਂ ਜਾਂ ਉਹਦੀ ਵੈਲਿਊ ਘੱਟ ਸਮਝਦੇ ਹਾਂ ਬਟ ਉਹ ਬਹੁਤ ਹੀ ਕ੍ਰੂਸ਼ਲ ਫੈਕਟਰ ਹੈ ਵਿਚ ਇਜ਼ ਆਰ ਟੀਚਰਸ ਸਾਡੇ ਟਾਈਮ ਤੇ ਵਿਚ ਇਜ਼ ਇਫ ਆਈ ਟਾਕ ਅਬਾਊਟ ਆਈ ਐਮ 1998 ਬੋਰਨ ਅਸੀਂ ਟੀਚਰਸ ਦੀ ਹਲੇ ਤੱਕ ਰਿਸਪੈਕਟ ਕਰਦੇ ਸੀਗੇ ਬਟ ਵਿਦ ਟਾਈਮ ਵਾਟ ਵੀ ਆਰ ਸੀਇੰਗ ਇਜ਼ ਜੈਨ ਜ਼ੀ ਜੈਨ ਅਲਫਾ ਜਿਹੜੀ ਆ ਰਹੀ ਹੈ ਉਹਨਾਂ ਦੇ ਦਿਲਾਂ ਦੇ ਵਿੱਚ ਟੀਚਰਸ ਪ੍ਰਤੀ ਰਿਸਪੈਕਟ ਘਟਦੀ ਜਾ ਰਹੀ ਹੈ ਪੇਰੈਂਟਸ ਦੀ ਐਕਸਪੈਕਟੇਸ਼ਨ ਟੁਵਰਡਸ ਟੀਚਰ ਬਹੁਤ ਜ਼ਿਆਦਾ ਵੱਧ ਰਹੀਆਂ ਨੇ ਅ ਟੀਚਰ ਕੈਨ ਮੇਕ ਯੂ ਔਰ ਬ੍ਰੇਕ ਯੋਰ ਫਿਊਚਰ ਬਟ ਕਦੇ ਅਸੀਂ ਇਸ ਟੀਚਰ ਦੀ ਜ਼ਿੰਦਗੀ ਨੂੰ ਦੂਜੇ ਲੈਂਸ ਤੋਂ ਨਹੀਂ ਦੇਖਿਆ ਕਿ ਟੀਚਰ ਦੇ ਲਈ ਕੀ ਡਿਫਿਕਲਟੀਜ਼ ਆਉਂਦੀਆਂ ਨੇ ਉਹਨਾਂ ਨੂੰ ਕੀ ਚੈਲੰਜਸ ਆ ਰਹੇ ਨੇ ਅੱਜਕੱਲ ਦੀ ਜਨਰੇਸ਼ਨ ਦੇ ਨਾਲ ਐਂਡ ਕੀ ਚੀਜ਼ਾਂ ਉਹਨਾਂ ਨੂੰ ਓਵਰ ਦ ਹੈਡਸ ਜਾ ਕੇ ਕਰਨੀਆਂ ਪੈਂਦੀਆਂ ਨੇ ਟੂ ਬੀ ਅ ਗੁੱਡ ਟੀਚਰ to make the future of a child brighter and more secure. And now we are starting with a series Baatein Beyond the Books powered by Renaissance Convent School jide which we'll be addressing many more issues related to parenting, related to difficulties that a teacher faces, related to how to handle a child in a better way. And in this series we have the expertise of Mrs. Annie Bajaj, MSc Biotech, who has been in the industry for more than 10 years and is a proud owner of a renowned school, Renaissance Convent School. So, welcome Mrs. Annie Bajaj to the show. Thank you, Taranjot, for giving such a humble introduction. बहुत बढ़िया लगा the way you introduced me. ते जे तुसी जो गल कीती है teachers दी, वो बिल्कुल apt है ते एक दिशा शायद youth ਨੂੰ ਚਾਹੀਦੀ ਹੈ ਕੁਝ parents ਦੇ ਕੁਝ teachers ਦੇ ਆਪਣੇ ਤੇ ਬੜੇ ਸਾਰੇ questions ਨੇ ਤਾਂ ਹੀ ਅਸੀਂ ਇਹ ਸੀਰੀਜ਼ ਦਾ ਇਨੀਸ਼ੀਏਟਿਵ ਲਿਆ ਕਿ ਬੜੀ ਸਾਰੀ ਸ਼ਾਇਦ ਮਨ ਵਿੱਚ ਕੁਝ ਕਿਉਰਿਓਸਿਟੀਜ਼ ਨੇ ਜੋ ਸਮਝ ਨਹੀਂ ਆ ਰਿਹਾ ਕਿ ਨਵੀਂ ਜਨਰੇਸ਼ਨ ਨਾਲ ਜੋ ਆਪਾਂ ਸੋ ਕਾਲਡ ਜਿਹਨੂੰ ਜੈਨ ਜ਼ੀ ਜਾਂ ਅੱਜ ਆਪਾਂ ਡਿਫਾਈਨ ਕਰਤਾ ਹੈ ਜਨਰੇਸ਼ਨ ਨੂੰ ਬੱਚੇ ਨਾ ਬੱਚੇ ਬਿਲਕੁਲ ਕੀ ਬੇਸਿਕ ਪੁਆਇੰਟਰਸ ਵੀ ਸਮਝ ਰਹੇ ਹੋ ਕਿ ਆ ਜਨਰੇਸ਼ਨ ਨੂੰ ਜਿਹਨੂੰ ਜਿੱਦਾਂ ਤੁਸੀਂ ਕਿਹਾ ਕਿ ਲੇਬਲ ਕਰ ਦਿੱਤਾ ਗਿਆ ਹੈ ਬੱਚੇ ਤਾਂ ਬੱਚੇ ਨੇ ਬਟ ਉਹ ਡਿਫਰੈਂਸ ਕੀ ਆ ਗਿਆ ਹੈ ਕਿ ਇੱਕ ਜਨਰੇਸ਼ਨ ਤੋਂ ਦੂਜੀ ਜਨਰੇਸ਼ਨ ਜਾਂਚ ਡਿਫਰੈਂਸ ਕੀ ਆਇਆ ਜਾਂ ਕਿੱਥੇ ਜ਼ਿਆਦਾ ਹੋ ਰਿਹਾ ਕਿ ਪੇਰੈਂਟਸ ਵੱਲੋਂ ਜਾਂ ਕਿੱਥੋਂ ਘੱਟ ਹੋ ਰਿਹਾ ਕੀ ਚੀਜ਼ ਦੀ ਕਮੀ ਲੱਗ ਰਹੀ ਹੈ ਦੇਖੋ ਤਰਨ ਜੋ ਜਨਰੇਸ਼ਨ ਦੇਖੋ ਬੱਚੇ ਹੁੰਦੇ ਨੇ ਮਾਨਸਿਕਤਾ ਰਹਿੰਦੀ ਹੈ ਉਹ ਲੇਬਲਿੰਗ ਬਿਕੋਜ਼ ਵੀ ਆਰ ਸੋ ਅਵੇਅਰ ਗੂਗਲ ਦਾ ਜ਼ਮਾਨਾ ਹੈ ਟੀਵੀ ਸੀਰੀਜ਼ ਪ੍ਰਮੋਟ ਕਰਦੀਆਂ ਨੇ ਜੀ ਜੈਨ ਜ਼ੀ ਹੈ ਜੈਨ ਐਲਫਾ ਲੇਕਿਨ ਬੱਚੇ ਨੇ ਜੋ ਤਬਦੀਲੀ ਆਈ ਹੈ ਉਹ ਤਬਦੀਲੀ ਸਾਰੀ ਟੈਕਨੋਲੋਜੀ ਦੇ ਥਰੂ ਆਈ ਹੈ when I was growing up I'm an 88 born so when I was growing up ਸਾਡੇ ਕੋਲ ਕਦੀ ਵੀ ਟੀਵੀ ਤੋਂ ਬਿਯੋਂਡ ਕੁਝ ਨਹੀਂ ਸੀਗਾ ਟੀਵੀ ਆਲਸੋ ਫॉर ਲਿਮਿਟਡ ਆਵਰਸ ਇੱਕ ਜ਼ੀ ਟੀਵੀ ਆਉਂਦਾ ਸੀ ਉਹਦੇ ਤੇ ਵੀ 4 ਘੰਟੇ ਜ਼ੀ ਚੱਲਦਾ ਰਹਿੰਦਾ ਸੀ ਵੈਰੀ ਫਿਊ ਲਿਮਿਟਡ ਟਾਈਮ ਐਂਡ ਵਨ ਕਾਮਨ ਟੀਵੀ ਫॉर 10 people we all in growing up in a joint family so resources ਦੀ ਮਤਲਬ ਸ਼ਾਇਦ ਅਵੇਅਰਨੈਸ ਨਹੀਂ ਇੱਕ ਟੀਵੀ ਦੀ joint family ਰਾਤੀ ਸਭ ਨੇ ਦੇਖਿਆ ਸੋਚ ਚਲੇ ਪਰ ਆਪਾਂ ਕਹਿੰਦੇ ਆ ਕਿ
ਮੈਂ ਆਪਣੀ ਬੇਟੀ ਨੂੰ ਕਹਿੰਦੀ ਸੀ ਮੈਂ ਆਪਣੇ ਵੇਲੇ ਇੰਨਾ ਪੜ੍ਹਦੀ ਸੀ ਤੂੰ ਸੀਰੀਅਸ ਨਹੀਂ ਹੈ, ਉਹ ਗਲਤ ਗੱਲ ਹੈ। ਮੇਰੇ ਟਾਈਮ ਡਿਸਟਰੈਕਸ਼ਨਸ ਵੀ ਨਹੀਂ ਸੀਗੀਆਂ ਨਾ। ਹੁਣ ਦੇਖੋ ਟੈਕਨੋਲੋਜੀ ਨਾ ਮੈਂ ਲੈ ਕੇ ਆਈ ਨਾ ਮੇਰੇ ਬੱਚੇ ਜਾਂ ਲੈ ਕੇ ਆ ਰਹੇ ਨੇ, ਉਹ ਵਕਤ ਨਾਲ ਆ ਰਹੀ ਹੈ ਤੇ ਉਸ ਟੈਕਨੋਲੋਜੀ ਵਿੱਚ ਡਿਸਟਰੈਕਸ਼ਨਸ ਆ ਰਹੀਆਂ। ਅੱਜ ਇੱਕ ਬੱਚਾ ਸਕੂਲੋਂ ਆਉਂਦਾ, ਉਹਦੇ ਕੋਲ ਟੀਵੀ ਹੈ, ਆਈਪੈਡ ਹੈ, ਸਮਾਰਟ ਵਾਚਸ ਨੇ, ਸਮਾਰਟਫੋਨ ਨੇ, PSPs ਨੇ, ਉਹਦੇ ਕੋਲ ਘਰ ਜਾ ਕੇ ਕੁਝ ਕਰਨ ਦੀ ਇੰਨੀ ਡਿਸਟਰੈਕਸ਼ਨ ਹੈ ਕਿ ਸਟੱਡੀ ਦੀ ਬੈਕ ਸੀਟ ਹੈ। ਸਾਡੇ ਟਾਈਮ ਸਾਡੇ ਕੋਲ ਇੱਕ ਹੁੰਦਾ ਸੀ ਘਰ ਜਾਣਾ ਹੈ, ਹੋਮਵਰਕ ਕਰਨਾ, ਚਲ ਬਾਹਰ ਗਲੀ 'ਚ ਖੇਡ ਲਾਂਗੇ ਉਸ ਤੋਂ ਬਾਅਦ। ਬਟ ਉਹ ਵਿਦ ਟੈਕਨੋਲੋਜੀ ਇੰਨੀਆਂ ਡਿਸਟਰੈਕਸ਼ਨਸ ਨੇ ਤੇ ਬੱਚੇ ਵੀ ਕਿਥੇ ਉਹ ਕਨਫਿਊਜ਼ਡ ਤੇ ਡਿਸਟਰੈਕਟਡ, ਤਾਂ ਹੀ ਅਟੈਂਸ਼ਨ ਸਪੈਨ ਆਫ ਸਟੱਡੀਜ਼ ਘੱਟ ਹੈ। ਜਾ ਕੇ ਮਤਲਬ ਹੋਮਵਰਕ ਬੜੀ ਬੈਕ ਸੀਟ ਆ ਜਾਂਦਾ ਕਿਉਂਕਿ ਐਨੀਮੇਸ਼ਨ ਕਿੰਨੂੰ ਨਹੀਂ ਅਟਰੈਕਟ ਕਰਦਾ। ਮੈਂ ਖੁਦ 3 months back ਜੂਨ ਦੀ ਛੁੱਟੀਆਂ ਚੱਲ ਰਹੀ ਸੀ, ਮੈਂ ਖੁਦ ਇੱਕ ਗੇਮ ਨੂੰ ਐਡਿਕਟ ਹੋ ਗਈ ਸੀ। ਡੇਲੀ ਆਈ ਯੂਜ਼ਡ ਟੂ ਪਲੇ ਦੈਟ ਗੇਮ। ਦੈਨ ਬਟ ਮੀ ਬੀਇੰਗ ਸੈਂਸਿਬਲ, ਆਈ ਜਸਟ ਕਿ 1-2 ਹਫ਼ਤੇ ਖੇਲਿਆ ਤੇ ਆਪਾਂ ਨੂੰ ਆਪਣੇ ਆਪ ਨੂੰ ਆਫ ਕਰ ਲਿਆ ਕਿ ਨਹੀਂ। ਬਟ ਬੱਚੇ ਨਹੀਂ ਕਰ ਪਾਉਂਦੇ। ਸਟਾਈਲਸ ਵੀ ਚੇਂਜ ਕਰਨ ਦੀ ਜ਼ਰੂਰਤ ਹੈ ਕਿ ਅਸੀਂ ਜਿੱਦਾਂ ਕਹਿ ਰਹੇ ਹਾਂ ਕਿ ਪੇਰੈਂਟਸ ਦਾ ਡੀਲ ਕਰਨ ਦਾ ਤਰੀਕਾ। ਸਾਡੇ ਵਾਰੀ ਤਾਂ ਚੱਪਲ ਚੱਲ ਜਾਂਦੇ ਸੀਗੇ ਜੀ, ਡੰਡੇ ਚੱਲ ਜਾਂਦੇ ਸੀਗੇ, ਡਾਂਟ ਚੱਲ ਜਾਂਦੇ ਸੀ, ਅੱਖਾਂ ਦੀ ਘੂਰੀ ਚੱਲ ਜਾਂਦੀ ਸੀਗੀ। ਬਟ ਕਿਤੇ ਨਾ ਕਿਤੇ ਉਹ ਚੀਜ਼ ਘਟਦੀ ਜਾ ਰਹੀ ਹੈ। I had a word with a teacher, my tutor. So ਉਹ ਕਹਿੰਦੇ ਕਿ ਬੱਚਿਆਂ ਨੂੰ ਡਰ ਹੀ ਨਹੀਂ ਹੈ। ਪੇਰੈਂਟਸ ਇੰਨੀ ਜ਼ਿਆਦਾ ਸਪੋਰਟ ਕਰਦੇ ਨੇ, ਬੱਚਿਆਂ ਦੇ ਹੱਥ 'ਚ ਫੋਨ ਹੈ ਐਂਡ ਬੱਚੇ ਕਹਿੰਦੇ ਨੇ ਕਿ ਹਾਂਜੀ ਅਸੀਂ ਫੋਨ ਤੇ ਪੜ੍ਹ ਰਹੇ ਹਾਂ, ਬਟ ਐਕਚੁਅਲ ਜੋ ਫੋਨ ਤੇ ਕਿੰਨਾ ਕੁ ਪੜ੍ਹ ਰਹੇ ਨੇ ਜਾਂ ਕੀ ਚੀਜ਼ ਹੈਗੀ ਹੈ, ਨੋਬਡੀ ਨੋਜ਼। ਸੋ ਟੈਕਨੋਲੋਜੀ ਨੂੰ ਅਸੀਂ ਬੈਕ ਸਟੈਪ ਨਹੀਂ ਕਰ ਸਕਦੇ, ਅਸੀਂ ਪਿੱਛੇ ਨਹੀਂ ਲੈ ਕੇ ਜਾ ਸਕਦੇ, ਬਟ ਐਕਚੁਅਲ ਕੰਸਰਨ ਜੋ ਹੈਗਾ ਉਹਦਾ ਸੋਲੂਸ਼ਨ ਕਿੱਦਾਂ ਅਸੀਂ ਲੱਭ ਸਕਦੇ ਹਾਂ। ਤੇ ਜਿਵੇਂ ਜਿਵੇਂ ਟੈਕਨੋਲੋਜੀ ਵਧੀ ਹੈ ਨਾ ਤੇ ਉਵੇਂ ਉਵੇਂ ਵਿਮਨ ਐਮਪਾਵਰਮੈਂਟ ਵੀ ਵਧੀ ਹੈ। ਮੇਰੀ ਮਦਰ ਵਰਕਿੰਗ ਨਹੀਂ ਸਨ, ਬਿਲਕੁਲ ਠੀਕ ਹੈ। ਅੱਜ ਪਹਿਲੇ ਇੰਨੀ ਵਰਕਿੰਗ ਮਦਰਸ ਨਹੀਂ ਸੀਗੀਆਂ। ਵਿਦ ਟਾਈਮ girls have grown up, working mothers have come, the culture of both the parents to work to make both ends meet has come। ਉਹ ਚੀਜ਼ ਆ ਚੁੱਕੀ ਹੈ, ਉਹ ਚੀਜ਼ ਆਈ ਹੈ। ਉਹਦਾ ਕਿਤੇ ਨਾ ਕਿਤੇ ਮੈਂ ਨਹੀਂ ਕਹਿੰਦੀ ਮਾੜਾ ਜਾਂ ਚੰਗਾ, ਮੈਨੂੰ ਵੀ ਨਹੀਂ ਪਤਾ, ਬਟ ਇੱਕ ਇੰਪੈਕਟ ਬੱਚਿਆਂ ਤੇ ਹੈ। ਬਿਕੋਜ਼ ਐਟ ਦੀ ਐਂਡ ਆਫ ਦ ਡੇ ਮੈਂ ਪੈਰੈਂਟਿੰਗ ਸਟਾਈਲ ਨਹੀਂ ਕਹਾਂਗੀ, ਸ਼ਾਇਦ ਨੀਡ ਆਫ ਦੀ ਆਵਰ ਹੈ। ਪੇਰੈਂਟਸ ਦੋਨੋਂ ਕੰਮ ਕਰ ਰਹੇ ਨੇ, ਬੱਚੇ 3 ਵਜੇ ਆ ਗਏ ਨੇ, ਪੇਰੈਂਟਸ 6 ਵਜੇ ਆ ਰਹੇ ਨੇ। ਉਹ ਜੋ ਘਰ ਰਹਿਣ ਦਾ ਸਪੈਨ ਹੈ ਨਾ, ਉਸ ਸਪੈਨ ਨੇ ਬੱਚਿਆਂ ਦੀ ਲਾਈਕਿੰਗ ਟੂਵਰਡਸ ਫੋਨ ਤੇ ਉਹ ਵਧਾਇਆ। ਬਿਲਕੁਲ। ਜੇ ਆਪਾਂ ਇਸ ਟੌਪਿਕ ਤੇ ਆਏ ਹਾਂ ਤੇ ਜਦ ਵੀ ਕੋਈ ਬੱਚਾ ਰੋ ਰਿਹਾ ਹੁੰਦਾ ਹੈ, ਅਗਰ ਜੋ ਅਸੀਂ ਯੂਜੂਅਲੀ ਦੇਖ ਰਹੇ ਹਾਂ, ਕਿਉਂਕਿ ਦੇਅਰ ਆਰ ਫਰੈਂਡਸ ਆਫ ਮਾਈਂਡ ਜੋ ਮੈਰਿਡ ਐਂਡ ਜਿਨ੍ਹਾਂ ਕੋਲ ਹੁਣ ਬੱਚੇ ਨੇ, ਉਹ ਸ਼ਾਂਤ ਕਰਾਉਣ ਦੇ ਲਈ ਇਫ ਵੀ ਆਰ ਸਿਟਿੰਗ ਇਨ ਅ ਗੈਦਰਿੰਗ ਉਹਨਾਂ ਨੂੰ ਫੋਨ ਦੇ ਦਿੱਤਾ ਜਾਂਦਾ ਹੈ। ਬਿਲਕੁਲ। I just saw a reel ਕਿ ਤੁਸੀਂ ਬੱਚਿਆਂ ਨੂੰ ਉਹਨਾਂ ਦੇ ਐਕਚੁਅਲ ਇਮੋਸ਼ਨਸ ਫੀਲ ਕਰਨ ਦਾ ਮੌਕਾ ਹੀ ਨਹੀਂ ਦੇ ਰਹੇ ਹੋ, ਉਹ ਇਮੋਸ਼ਨਸ ਡਿਵੈਲਪ ਹੀ ਨਹੀਂ ਹੋ ਰਹੇ ਨੇ। ਸੋ ਅਗੇਨ ਮੇਰਾ ਕੰਸਰਨ ਹੋਈ ਹੈ ਕਿ ਕੀ ਚੇਂਜ ਐਜ਼ ਸੋਸਾਇਟੀ ਸਾਨੂੰ ਲੈ ਕੇ ਆਉਣ ਦੀ ਜ਼ਰੂਰਤ ਹੈਗੀ ਹੈ ਜਾਂ ਕਿੱਦਾਂ ਇਸ ਚੀਜ਼ ਨੂੰ ਟੈਕਲ ਕਰੀਏ। ਬਿਕੋਜ਼ ਆਹ ਐਕਸਪੀਰੀਅੰਸ ਸਾਰਿਆਂ ਦੇ ਲਈ ਨਿਊ ਹੈ। ਮੇਬੀ ਸਾਡੇ ਪੇਰੈਂਟਸ ਦੇ ਲਈ ਵੀ ਸਾਨੂੰ ਸੰਭਾਲਣਾ ਔਖਾ ਰਿਹਾ ਹੋਊਗਾ, ਬਟ ਆਹ ਵਾਲੀ ਚੀਜ਼ ਬਹੁਤ ਜ਼ਿਆਦਾ ਟੈਕਲਿੰਗ ਲੱਗ ਰਹੀ ਹੈ। मतलब I went to my relatives place, ਤੇ ਆਪਣੇ ਬੱਚਾ ਟੀਵੀ ਸਾਹਮਣੇ ਮੋਬਾਈਲ ਚੱਲ ਰਿਹਾ ਹੈ ਤੇ ਉਹ ਖਾਣਾ ਖਾ ਰਿਹਾ। ਕਿਤੇ ਨਾ ਕਿਤੇ ਅਸੀਂ ਹੀ ਬ੍ਰਾਈਬਰੀ ਤੇ ਕਰਪਸ਼ਨ ਬੱਚਿਆਂ ਸ਼ੁਰੂ ਕੀਤੀ ਹੈ ਕਿ ਨਹੀਂ ਤੂੰ ਫੋਨ ਦੇ ਖਾਣਾ ਖਾ, ਕਿਉਂਕਿ ਖਾਣਾ ਖਾਣਾ ਜ਼ਰੂਰੀ ਹੈ। ਹਾਂ, ਕਿਉਂਕਿ ਸ਼ਾਇਦ ਵਿਦ ਟੈਕਨੋਲੋਜੀ ਵਿਦ ਟਾਈਮ ਅਸੀਂ ਬਹੁਤ ਹਾਰਡ ਲਾਈਫ ਨੂੰ ਯੂਜ਼ ਟੂ ਨਹੀਂ ਹੈ। We everybody now at the end of the day is looking for a comfort. End of the day ਸਾਰੇ ਕਹਿੰਦੇ ਨੇ ਯਾਰ ਬੱਚੇ ਬਸ ਵੀ ਟੂ ਮਚ ਵਰਕ ਹੈ ਪੇਰੈਂਟਸ ਤੇ, ਮਦਰਸ ਤੇ। ਜੇ ਕੋਈ ਮਦਰ ਹਾਊਸ ਵਾਈਫ ਵੀ ਹੈ ਜਾਂ ਕੋਈ ਫਾਦਰ ਵਰਕਿੰਗ ਹੈ, ਆਈ ਥਿੰਕ ਅੱਜ ਕੱਲ੍ਹ ਪ੍ਰੈਸ਼ਰ ਟੂ ਅਰਨ, ਪ੍ਰੈਸ਼ਰ ਟੂ ਰਨ ਅ ਫੈਮਿਲੀ ਇੰਨਾ ਜ਼ਿਆਦਾ ਹੈ ਕਿ ਐਟ ਦੀ ਐਂਡ ਆਫ ਦ ਡੇ ਸ਼ਾਇਦ ਜਦੋਂ ਬੱਚੇ ਤੱਕ ਵਾਰੀ ਆਉਂਦੀ ਹੈ ਉਹ ਕਾਫੀ ਐਗਜ਼ੌਸਟ ਹੋ ਜਾਂਦੇ ਹੈ। ਆਲਸੋ ਯੂ ਬੀਇੰਗ ਅ ਵਰਕਿੰਗ ਮਦਰ, ਤੁਹਾਡੇ ਕੀ ਕੌਨਸ਼ੀਅਸ ਐਫਰਟ ਰਹਿੰਦੇ ਨੇ ਟੂ give your child your home proper time ਤੇ ਤੁਹਾਡੇ ਬੱਚੇ ਉਸ ਚੀਜ਼ ਤੋਂ ਡਿਸਟਰੈਕਟ ਨਾ ਹੋਣ। ਬਿਕੋਜ਼ ਐਜ਼ ਟੀਚਰਸ ਆਲਸੋ ਆਈ ਹੈਵ ਰਿਅਲਾਈਜ਼ਡ ਕਿ ਟੀਚਰਸ ਗਿਆਨ ਦੇ ਦਿੰਦੇ ਨੇ ਬਟ ਉਹਦੀ ਪ੍ਰੈਕਟੀਕਲ ਇੰਪਲੀਕੇਸ਼ਨ ਨਹੀਂ ਹੈ। ਆਈ ਐਮ ਵੈਰੀ ਕਿਊਰੀਅਸ ਟੂ ਨੋ ਕਿ ਤੁਸੀਂ ਕਿੱਦਾਂ ਦੇ ਕੌਨਸ਼ੀਅਸ ਐਫਰਟ ਕਰ ਰਹੇ ਹੋ ਟੂ ਬ੍ਰਿੰਗ ਦਿਸ ਚੇਂਜ ਜਾਂ ਟੂ ਬ੍ਰਿੰਗ ਦਿਸ ਨੈਰੇਟਿਵ ਔਰ ਟੂ ਬ੍ਰਿੰਗ ਔਰ ਟੂ ਗਿਵ ਪ੍ਰੋਪਰ ਟਾਈਮ ਟੂ ਯੋਰ ਕਿਡਸ। We have to give time। ਪਹਿਲੀ ਗੱਲ ਤਾਂ ਪੇਰੈਂਟਸ ਨੂੰ ਜੋ ਮਰਜ਼ੀ ਕਹਿਣ ਕਿ ਸਾਡੇ ਕੋਲ ਵਕਤ ਘੱਟ ਹੈ ਤੇ ਉਹਨੂੰ ਦੇਣਾ ਹੀ ਪਏਗਾ।
ਅਦਰਵਾਈਜ਼ ਉਹਦੇ ਕਨਸੀਕੁਐਂਸਸ ਨਹੀਂ ਅੱਛੇ। ਮਤਲਬ ਮੀ ਐਂਡ ਮਾਈ ਹਸਬੈਂਡ we both give time. It is a common effort. If I am not there with children, he is there. Okay. If he is not there, then I am there, because we both are working in different fields. Right. He is in the estate sector as well as in the hospitality sector. I am in the education sector. So our work timings differ. ਸਾਡੇ work timings separate ਨੇ ਤੇ ਅਸੀਂ ਜੇ ਮੈਂ ਆਪਣੇ ਕੰਮ ਤਾਂ ਸਵੇਰੇ ਤਾਂ he is there ਵਿੱਚ, ਜੇ ਉਹ evening ਨਹੀਂ ਹੈਗੇ ਤਾਂ ਮੈਂ ਹੈਗੀ। ਸੋ ਇੱਕ ਕਾਮਨ ਐਫਰਟ ਚੱਲਦਾ ਹੈ ਪੇਰੈਂਟਸ ਨੂੰ, ਇਹ ਖਾਲੀ ਮਦਰ ਦਾ ਹੈ ਖਾਲੀ ਫਾਦਰ ਦਾ ਨਹੀਂ ਹੋ ਸਕਦਾ। ਰਾਈਟ। ਜੋ ਪਰ ਮੈਂ ਬਹੁਤ ਫੈਮਿਲੀਜ਼ ਵਿੱਚ ਆਬਜ਼ਰਵ ਕੀਤਾ ਹੈ, ਬੜੀ ਐਫਲੂਐਂਟ ਫੈਮਿਲੀਜ਼ ਵਿੱਚ ਖਾਲੀ ਮਦਰ ਦਾ ਰੋਲ ਹੈ। ਬਿਲਕੁਲ। ਸਾਡੇ ਜਦ ਅਸੀਂ ਪੈਦਾ ਹੋਏ ਆ, ਜਦ ਅਸੀਂ ਗਰੋ ਕਰ ਰਹੇ ਸੀਗੇ, ਆਪਣੇ ਗਰੋਇੰਗ ਈਅਰਸ 'ਚ ਸੀਗੇ, ਤਾਂ ਮਦਰ ਦਾ ਹੀ ਸੀ, ਮਦਰ ਦਾ ਹੀ ਰੋਲ ਹੈ। ਉਹ ਕਿਤੇ ਨਾ ਕਿਤੇ ਬੱਚੇ ਫਾਦਰ ਤੋਂ ਵੀ ਡਿਸਕਨੈਕਟ ਹੋਏ ਹੋਏ ਨੇ ਅੱਜ ਕੱਲ੍ਹ। ਰਾਈਟ। ਫਾਦਰ ਨੂੰ ਰਾਤੀ ਆ ਕੇ ਸਿਰਫ ਇਹ ਪੁੱਛੇ ਠੀਕ ਸੀ ਸਕੂਲ ਤੇਰਾ, ਆ ਠੀਕ ਪੜਿਆ ਤੂੰ? ਬਿਲਕੁਲ। ਹਾਂਜੀ ਬਾਬਾ। ਦਿਸ ਇਜ਼ ਦੀ ਓਨਲੀ ਕਨਵਰਸੇਸ਼ਨ ਇੱਕ ਨਾਰਮਲ ਪੰਜਾਬੀ ਹਾਊਸਹੋਲਡ ਵਿੱਚ ਹੈ। ਦੇਰ ਆਰ ਵੈਰੀ rare households where the conversation is there by both the parents. Right. School to baad, usually school to baad mother hi hundi hai receiving, hai na? Very few fathers are there, and je fathers da role bada limited hai। ਜਦੋਂ fathers ਦਾ role limited ਹੈ, ਇੱਕ mother ਕੱਲੇ ਸਾਰਾ ਮੈਨੇਜ ਕਰ ਰਹੀ ਹੈ ਘਰ ਵੀ, ਉਹ ਕਿਤੇ ਨਾ ਕਿਤੇ ਸ਼ਾਮੀ ਕਹੇਗੀ ਕਿ ਬੇਟੇ ਤੂੰ ਫੋਨ ਲੈ, ਹੁਣ ਮੈਨੂੰ ਵੀ ਥੋੜਾ ਨਾ ਪੀਸ ਆਫ ਮਾਈਂਡ ਚਾਹੀਦਾ। ਤਾਂ ਇਹ ਇੱਕ ਕੌਨਸ਼ੀਅਸ ਐਫਰਟ ਜੋ ਤੁਸੀਂ ਗੱਲ ਕਰ ਰਹੇ ਹੋ ਨਾ, ਉਹ ਦੋਨੋਂ ਪੇਰੈਂਟਸ ਨੂੰ ਬਿਲਕੁਲ। ਐਂਡ ਐਜ਼ ਵਰਕਿੰਗ ਮਦਰ ਅਗਰ ਅਸੀਂ ਗੱਲ ਕੀਤੀ ਹੈ, ਕਮਿੰਗ ਟੂ ਦ ਪ੍ਰੋਫੈਸ਼ਨ ਐਂਡ ਡੀਪ ਡਾਈਵਿੰਗ ਇਨਟੂ ਦ ਕਨਵਰਸੇਸ਼ਨ, ਐਜ਼ ਅ ਪ੍ਰੋਫੈਸ਼ਨ ਕੀ ਡਿਫਿਕਲਟੀਜ਼ टीचर्स लिए नहीं, क्योंकि टीचिंग जॉब्स में देख रहे हैं कि अगेन इट इज फीमेल डोमिनेटेड प्रोफेशन, मेल्स नहीं आते हैं बिकॉज दे आर नॉट गुड विद किड्स मे बी, या दे आर हार्ड ऑन किड्स, आ भी चीज देयर कैन बी दिस फैक्टर। बट थोड़ी सोसाइटल साडी ग्रोथ है ना, ये ਵੱਡੀ ਹੋ ਗਈ ਨਾ टीचर ला ਦਾਂਗੇ। ਹਾਂ ਸਾਡੇ ਸੇਫ ਹੈ ਨਾ, ਸੇਫ এনवायरमेंट ਹੈ, ਸੇਫ ਵਰਕਪਲੇਸ ਹੈ। ਬੜੇ ਹੁਣ ਸਪੋਜ਼ਲੀ ਆਮ ਘਰਾਂ ਵਿੱਚ ਪੰਜਾਬੀ ਘਰਾਂ 'ਚ ਗੱਲ ਹੁੰਦੀ ਹੈ, ਇਹਨੂੰ ਬੀਐਡ ਕਰਾ ਲਓ, ਇਹ ਪੜ੍ਹਾਈ 'ਚ ਵਧੀਆ ਹੈ, ਇਹਨੂੰ ਆਪਾਂ ਟੀਚਰ ਲਾਵਾਂਗੇ। ਕਦੀ ਤੁਸੀਂ ਕਿਹਾ ਵੀ ਮੁੰਡਾ ਪੜ੍ਹ ਰਿਹਾ ਹੈ, ਇਹਨੂੰ ਅਸੀਂ ਟੀਚਰ ਲਾਵਾਂਗੇ। ਇਟ ਇਜ਼ ਰੇਅਰ। ਬਿਲਕੁਲ। ਦ ਕਨਵਰਸੇਸ਼ਨ ਇਜ਼ ਆਲਸੋ ਰੇਅਰ। ਉਹ ਇੱਕ ਸੇਫ এনवायरमेंट ਰਹਿ ਜਾਂਦਾ ਹੈ, ਇਸ ਲਈ ਫੀਮੇਲ ਟੀਚਰਸ ਆਲਸੋ ਕਮ। ਐਂਡ ਜਿੰਨਾ ਮਰਜ਼ੀ ਰਨਿੰਗ ਸਕੂਲ ਹੋਵੇ, ਐਸਟੈਬਲਿਸ਼ ਸਕੂਲ ਹੋਵੇ, ਟੀਚਰ 3-3:30 ਵਜੇ ਤੱਕ ਘਰ ਆ ਹੀ ਜਾਏਗਾ। corporate jobs and everything with the 8 to 8 या चल रहा है, चलती रहती है। एक वर्किंग टीचर ले अपना कार मैनेज करना थोड़ा इजी हो रहा है। ठीक है। ਤੇ ਕੀ ਐਕਚੁਅਲ ਅੱਜਕੱਲ ਜਿੱਦਾਂ ਦੀ ਐਫੀਲੀਏਸ਼ਨਸ ਚੱਲ ਰਹੀਆਂ ਨੇ, ਜਿੰਨੀ ਜ਼ਿਆਦਾ ਰਿਜਿਡਿਟੀ ਹੋ ਗਈ, ਪੋਸਟ ਕੋਵਿਡ ਟੈਕਨੋਲੋਜੀ ਦਾ ਇੰਨਾ ਬੂਮ ਆ ਗਿਆ ਹੈ, ਕੀ ਟੀਚਰਸ ਲਈ ਉਹ ਜੌਬ ਐਕਚੁਅਲ ਚ 3:30 ਤੱਕ ਦੀ ਹੀ ਹੈ? ਨਹੀਂ, ਟੀਚਰਸ ਲਈ ਹੁਣ ਜੌਬ 24 ਘੰਟੇ ਦੀ ਹੈ। ਮਤਲਬ ਆਈ ਸਮ ਟਾਈਮ ਬੀਇੰਗ ਦੀ ਐਡਮਿਨਿਸਟ੍ਰੇਟਰ feel the plight of teachers, because I am in the administrator's shoes also and I am in the teacher's shoe also. Right. पहले मैं नहीं कह रहा कि सारे टाइम में टीचर्स बहुत ज़्यादा करते थे, लेकिन पहले टाइम when I was studying, I have studied from a very established school of Ludhiana, जो मैं पढ़ती टीचर की रिस्पॉन्सिबिलिटी होती सी सवेरे अटेंडेंस लेना, क्लास ਨੂੰ मैनेज करना ਤੇ ਬਹੁਤ ਵਧੀਆ ਪੜਾਉਣਾ। that मतलब बहुत ਵਧੀਆ ਪੜ੍ਹੇ ਹੋਏ ਆ, we have not gone to tuitions, मतलब ਇੰਨਾ ਸਕੂਲ 'ਚ ਹੋ ਜਾਂਦਾ ਸੀਗਾ। ਐਂਡ ਦਿਸ ਵਾਜ਼ ਇਨ ਸ਼ਾਮੀ ਡਿਪਾਰਚਰ ਦੇ ਦੇਣਾ। ਪੇਰੈਂਟਸ ਨੇ 6 ਮਹੀਨੇ ਬਾਅਦ ਸ਼ਾਇਦ ਟੀਚਰ ਨੂੰ ਮਿਲਣਾ ਹੋ, ਠੀਕ ਚੱਲ ਰਿਹਾ ਬੱਚਾ, 6 ਮਹੀਨੇ ਬਾਅਦ ਮਤਲਬ ਪੀਟੀਐਮ ਹੋਣੀ, ਫਰਸਟ ਟਰਮ ਦੀ, ਸੈਕੰਡ ਟਰਮ ਦੀ ਰਿਜ਼ਲਟ ਲਿਆ, ਠੀਕ ਹੈ। ਨਾਓ ਵਿਦ ਚੇਂਜਿੰਗ ਟਾਈਮ ਇੰਨੀਆਂ ਮਤਲਬ ਡਿਫਰੈਂਟ ਬੋਰਡਸ ਦੀਆਂ ਡਿਫਰੈਂਟ ਪਾਲਿਸੀਜ਼, ਐਨਈਪੀ आ चुका है, एनसीएफ करिकुलम फॉलो हो रही है, नेशनल एजुकेशन पॉलिसी के तहत सारी एक्टिविटीज़ ये वो कराना पैंदा है, फिर बोर्ड्स नाल कंप्लाई करना पैंदा है। ਉਹਦੇ ਕਰਕੇ ਟੀਚਰ ਉੱਪਰ, ਇੱਕ ਟੀਚਰ ਉੱਪਰ ਬਹੁਤ ਪ੍ਰੈਸ਼ਰ। she has to maintain the class WhatsApp group। ਸਾਡੇ ਟਾਈਮ ਨਹੀਂ ਹੁੰਦਾ ਸੀ ਪਿੰਗ ਪਿੰਗ ਪਿੰਗ, ਮੈਮ ਅੱਜ ਇਹ हुआ था, आज ਇਹ होमवर्क नहीं आया, okay they need to update the parents। yes मैम आज ये नहीं हुआ, वो नहीं हुआ, they have to maintain a WhatsApp group। एंड बिकॉज बट क्योंकि टेक्नोलॉजी अवेलेबल है, इसलिए बच्चे डायरीज का लिखते हैं। हर स्कूल को अपनी ऐप है, ठीक है, ऐप पोस्ट कोविड हर स्कूल ने अपनी ऐप रखी हुई है जिहदे च होमवर्क आता है। टीचर्स ਨੂੰ ਫਿਰ
हर नोटिफिकेशन WhatsApp ਤੇ ਟਾਈਪ ਕਰਨੀ ਕਿਉਂਕਿ ਡਿਫਰੈਂਟ ਬੋਰਡਸ ਕਰਕੇ ਜੀ ਕੱਲ ਇਹ ਕਰਨੀ ਹੈ, ਕੱਲ ਇਹ ਐਕਟੀਵਿਟੀ ਹੈ, ਪੇਰੈਂਟਸ ਨੂੰ ਅਪਡੇਟ ਰੱਖਣਾ। ਪੇਰੈਂਟ ਇੰਨਾ ਕੰਸਰਨਡ ਹੈ ਅੱਜਕੱਲ, ਮੈਂ ਕਿ ਬੱਚਾ ਦੋ ਰੋਟੀਆਂ ਦੀ ਜਗ੍ਹਾ ਇੱਕ ਰੋਟੀ ਖਾ ਕੇ ਟੀਚਰ ਨੂੰ ਘੰਟੇ ਬਾਅਦ ਫੋਨ ਆ ਜਾਂਦੇ, ਅੱਜ ਇਹਨੇ ਟਿਫਨ ਨਹੀਂ ਖਾਧਾ। ਟਿਫਨ ਖਵਾਉਣਾ ਵੀ ਟੀਚਰ ਦੀ ਜ਼ਿੰਮੇਵਾਰੀ ਹੈ। ਉਹ ਵੀ ਉਹ ਸਕੂਲ ਚ ਆ ਗਏ ਜੀ, ਅਸੀਂ ਤਾਂ ਘਰੋਂ ਜੀ 2 ਪਰੌਂਠੇ ਭੇਜੇ ਸੀਗੇ, ਬੱਚੇ ਨੇ ਜੀ ਇੱਕ ਹੀ ਖਾਧਾ। ਇਹ ਤੁਹਾਡੀ ਗੱਲ ਬੱਚੇ ਕੋਲ ਤਾਂ ਆਪਸ਼ਨ ਵੀ ਨਹੀਂ ਹੈ ਕਿ ਉਹਨਾਂ ਨੇ ਬਾਹਰ ਜਾ ਕੇ ਰੈਸਟੋਰੈਂਟ ਖਾ ਲਿਆ ਜਾਂ ਕੁਝ। ਬਿਲਕੁਲ ਖਾ ਲਿਆ। ਤੇ ਉਹਨਾਂ ਨੇ ਉਸ ਟਾਈਮ ਬੱਚੇ ਦੇ ਵੀ ਮੂਡ ਤੇ ਡਿਪੈਂਡ ਹੁੰਦਾ ਹੈ, ਹੋ ਸਕਦਾ ਉਹਦੀ ਪਾਰਟਨਰ ਨਾਲ ਲੜਾਈ ਹੋਈ ਹੋਵੇ ਬੱਚੇ ਦੀ, ਉਹ ਥੋੜਾ ਮੂਡ ਟੈਂਪਰਾਮੈਂਟ ਨਾ ਹੋਵੇ, ਭੁੱਖ ਨਾ ਹੋਵੇ, ਪਰ ਰਿਸੈਸ ਦਾ ਜਿਵੇਂ 11 ਵਜੇ ਬੈਲ ਵਜੇ ਤੇ ਬੱਚੇ ਨੇ 11 ਵਜੇ ਨਹੀਂ ਖਾਧਾ ਤੇ ਉਹਦਾ ਟਿਫਨ ਬੰਦ ਹੋ ਗਿਆ। ਰਾਈਟ। ਤੇ ਪੇਰੈਂਟ ਨੇ ਫੋਨ, ਅੱਛਾ ਅੱਜ ਵਾਟਰ ਬੋਟਲ ਰਹਿ ਗਈ ਮੈਡਮ ਇਹਦੀ, ਮੈਂ ਉਹਦੀ ਕਾਪੀ ਛੁੱਟ ਗਈ। ਸੋ ਮਚ ਮੈਂ ਕਹਿ ਰਹੀ ਹਾਂ ਟੈਕਨੋਲੋਜੀ ਨੇ ਐਕਸੈਸ ਇੰਨਾ ਦਿੱਤਾ ਹੈ ਕਿ ਸਾਨੂੰ ਸਾਹਮਣੇ ਵਾਲੇ ਬੰਦੇ ਨੂੰ ਲੱਗਦਾ ਇਹਨੂੰ ਕੁਛ ਹੀ ਜਰਾ ਵਿਦਆਊਟ ਰਿਅਲਾਈਜ਼ਿੰਗ ਸ਼ਾਇਦ ਉਹਦੀ ਵੀ ਪਰਸਨਲ ਲਾਈਫ ਹੈ, ਬਿਲਕੁਲ ਉਹਦੀ ਵੀ ਇੱਕ ਸੈਪਰੇਟ ਲਾਈਫ ਹੋਏਗੀ। ਮੈਮ ਮੈਨੂੰ ਕਰਾ ਰਹੀ ਹਾਂ, ਦੇਖੋ ਇਹਨੂੰ ਟੌਪਿਕ ਹੀ ਨਹੀਂ ਆ ਰਿਹਾ। ਕਿੰਨੇ ਟੀਚਰਸ ਮੇਰੇ ਕੋਲ ਆਉਂਦੇ, ਮੈਮ ਸ਼ਾਮ ਨੂੰ ਦੈਟ ਮਦਰ ਟੇਕਸ ਹਾਫ ਐਨ ਆਵਰ ਆਫ ਮਾਈਂਡ, ਮੇਰਾ ਅੱਧਾ ਘੰਟਾ ਲੈ ਜਾਂਦੇ ਮੈਮ, ਉਹ ਮੇਰਾ ਕੁਕਿੰਗ ਦਾ ਟਾਈਮ ਹੈ ਕਰੇ। ਤੇ ਸੋ ਇੰਨਾ ਐਕਸੈਸ ਮਿਲ ਚੁੱਕਾ ਹੈ ਪੇਰੈਂਟਸ ਨੂੰ ਕਿ ਉਹ ਕਾਫੀ ਬਾਰਜਨ ਕਰ ਜਾਂਦੇ। ਐਂਡ ਪੇਰੈਂਟ ਨੂੰ ਲੱਗਦਾ ਕਿ ਅੱਛੀ ਫੀਸ ਦੇ ਰਹੇ ਨੇ ਐਂਡ ਟੀਚਰ ਇਜ਼ ਰਿਸਪੌਂਸਿਬਲ। ਜਦੋਂ ਐਡਮਿਸ਼ਨਸ ਹੁੰਦੀਆਂ ਨੇ ਤਾਂ ਵੀ ਇਹ ਕਿਹਾ ਜਾਂਦਾ ਹੈ ਕਿ ਵੀ ਆਰ ਫੁੱਲੀ ਰਿਸਪੌਂਸਿਬਲ ਫॉर योर ਚਾਈਲਡ। ਤਾਂ ਇਸ ਕਰਕੇ ਟੀਚਰ ਉੱਪਰ ਬੜਾ ਪ੍ਰੈਸ਼ਰ। ਸਵੇਰੇ ਦ ਟੀਚਰ ਕਮਸ starting the attendance of a child, and according to the new policies every teacher has to maintain 20-25 separate registers, then activities, then co-curricular, holistic development, report card making, weekly test, blueprints of the papers. There is a never ending work. Maybe after this conversation ਲੋਕੀ ਟੀਚਿੰਗ ਜੌਬ ਨੂੰ ਘੱਟ ਪ੍ਰੈਫਰ ਕਰਨਗੇ ਬਿਕੋਜ਼ ਜਿੱਦਾਂ ਤੁਸੀਂ ਐਕਸਪਲੇਨ ਕਰ ਰਹੇ ਹੋ this is difficult, more difficult than the corporates. Yes, I'm sure a corporate person is working and a boss has to, you know, here if a teacher has 30 children, 30 bosses are there. There you have to listen to one boss, okay, this is the deadline. But एक class teacher को जो 30 बच्चे ना, 30 parents और 30 bosses है, 30 भी नहीं, 30 to 260, because some fathers are also very active. Right. अच्छा देख तो नहीं मैटर सॉल्व हो रहे, मैं कॉल करता, I go to PT, मैं जाऊँगा इस पर, मैं दसांगा। ਬਿਲਕੁਲ। ਜਿੱਦਾਂ ਕਾਰਪੋਰੇਟਸ ਦੇ ਵਿੱਚ ਇਫ ਆਈ ਸੀ ਦੇ ਮਤਲਬ ਉਹ ਲਿਟਰਲੀ ਤੁਹਾਡਾ ਖੂਨ ਚੂਸ ਜਾਂਦੇ ਨੇ, ਜੋ ਅਸੀਂ ਸੁਣਿਆ ਹੋਇਆ ਹੈ, ਐਂਡ ਦੇ ਪੇ ਯੂ ਵੈਲ। what are the expectation of a teachers when it comes to finances, because I have seen teachers with very bad finances. See, पहले teaching job by choice, by love ਹੁੰਦੀ ਸੀ। ਹੁਣ ਜੋ ਹੋਣੀ ਵੀ ਚਾਹੀਦੀ ਹੈ ਮੇਰੇ ਜੋ ਹੋਣੀ ਵੀ ਚਾਹੀਦੀ ਕਿਸੇ ਵੀ ਤਰ੍ਹਾਂ ਦੀ job, I think it has to come through passion. It has to come through love, but now it is coming through survival. something like ਅੱਜ ਮੈਨੂੰ ਨਹੀਂ ਲੱਗਦਾ ਅੱਜ ਦੀ ਜਨਰੇਸ਼ਨ ਮੈਂ recent times ਵਿੱਚ ਕਿਸੇ ਨੂੰ ਕਿਹਾ ਕਿ ਯਾ ਮਮਾ I want to become a teacher. I have not heard of it. Right. Even in my school I have not heard of, like, once we were asking your career choices, ma'am pilot, ma'am doctor, ma'am influencer, ma'am blogger, ma'am YouTuber. But new professions have come up, and no, I have not heard ke I want to become a teacher. ਐਂਡ ਜਿੱਦਾਂ ਆਪਾਂ ਪੇਰੈਂਟਸ ਦੀ ਗੱਲ ਕਰ ਰਹੇ ਸੀਗੇ, ਸੋ ਆਈ ਵੁੱਡ ਕਾਲ ਕਿ ਪੇਰੈਂਟਸ ਦੀ ਤਾਂ ਜੋ ਡਿਫਿਕਲਟੀ ਹੈ, ਬਟ ਦੇ ਆਰ ਡਿਫਿਕਲਟ ਪੇਰੈਂਟਸ ਟੂ। Yes, they are. If children are difficult, then parents are difficult too. Yes. So how to manage them, मतलब कि how should a teacher maintain that work-life balance? अगर corporate के ऊपर work चाहिए, that work-life balance, because ultimately if like you said कि teacher का रोटी बनाने का time है और to look after the family, उनका तो personal time है, and parent is calling up कि इन्हें रोटी नहीं खाती और whatsoever the thing is, how can we bring that corporate tradition or that formal environment here in Punjab so that life gets a bit easier for teachers as well, and for teachers and for working mothers particularly. Yes. So मैं हमेशा कहती हूँ कि मेरे schools active है, we have grievance redressal cell, Okay. which is always there in corporates. शुरू तो exist, लेकिन school च नहीं, कोई problem है teacher ਨੂੰ ਦੱਸੋ, अच्छा आज van late होगी, मैं मेरी आज van late होगी, मैं मेरे टिफिन नहीं खाता,
ਓਕੇ ਮੈਨੂੰ ਮੇਰੀ ਬੁੱਕ ਹੀ ਨਹੀਂ ਮਿਲੀ। ਸੋ ਇਹ ਕਈ ਪ੍ਰੋਬਲਮ ਤੇ ਟੀਚਰ ਕੀ ਕਹਿੰਦਾ ਮੈਮ ਤੁਸੀਂ ਹਾਫ ਐਨ ਆਵਰ ਵੇਟ ਕਰੋ, ਆਈ ਇਨਕੁਆਇਰ ਫਰਮ ਦ ਕੋਆਰਡੀਨੇਟਰ ਔਰ ਫਰਮ ਦ ਪ੍ਰਿੰਸੀਪਲ ਮੈਮ। So ਉਹਦੇ ਲਈ ਅਸੀਂ we have kept two types of coordinators in school which I feel which needs to be there कि some issues need to be addressed by a teacher, academic teacher address करे। ਬਿਲਕੁਲ जो grievance redressal cell है ना ਉਹਦੇ ਵਿੱਚ we have two coordinators who are always available for parents ਠੀਕ ਹੈ in their fixed timings। ਤੇ ਉਹਦੇ ਨਾਲ ਟੀਚਰ ਦਾ ਥੋੜਾ ਵਰਕਲੋਡ ਘੱਟ ਹੁੰਦਾ। ਬਿਲਕੁਲ ਠੀਕ ਹੈ ਆਲਰੇਡੀ ਉਹ ਸ਼ਾਮੀ ਕਿਉਂਕਿ boards ਨਾਲ ਐਵੇਂ ਮੈਸੇਜ ਆਉਂਦਾ ਹੈ tomorrow this activity has to be done and uploaded on the site। ਠੀਕ ਹੈ ਟੀਚਰ ਉਹਦੇ ਚ ਲੱਗ ਜਾਂਦਾ ਹੈ ਬੱਚੇ ਪ੍ਰਿਪੇਅਰ ਕਰਾ, ਉਹਦੇ ਵਿੱਚ ਉਹਨੂੰ 30 ਪੇਰੈਂਟਸ ਦੀ ਕਾਲ ਵੀ ਸੁਣਨੀ ਪਏ। ਇਟ ਇਜ਼ ਵੈਰੀ ਡਿਫਿਕਲਟ ਆਪਣਾ ਘਰ ਦਾ ਵੀ ਕੰਮ ਕਰਨਾ। ਸੋ ਵੀ ਹੈਵ देयर शुड बी सेपरेट कोऑर्डिनेटर्स, मतलब एक अंदर के हर सिस्टम अलग हो गया, एकेडमिक कोऑर्डिनेटर अलग है, एडमिनिस्ट्रेटिव कोऑर्डिनेटर अलग है, ट्रांसपोर्ट कोऑर्डिनेटर अलग है। वो चीज होनी चाहिए which is prevalent in good schools but in lot of schools 95% it is not there। अच्छा एंड टीचर्स कई बार कहते हैं मैम उसने रात को 8 o'clock कॉल किया, मेरे हस्बैंड को तो पसंद नहीं आया, तो अब वो प्रिंसिपल्स भी कहते हैं नहीं बेटे यू हैव टू लिसन बिकॉज नाउ कस्टमर इज गॉड वाली पॉलिसी स्कूल्स च भी आ गई है। मशरूमिंग ऑफ स्कूल्स इज देयर, एवरीबॉडी वांट्स एडमिशंस, एवरीबॉडी वांट्स मोर एडमिशंस, मोर सक्सेस, ग्रोथ। तो ਉਹਦੇ ਚੱਕਰ ਚ we are agreeing to parent whether right or wrong। ਬਿਲਕੁਲ ਠੀਕ ਹੈ ਕਿ ਪੇਰੈਂਟ ਅਲਟੀਮੇਟਲੀ ਇਟ ਇਜ਼ customer based industry। बिल्कुल मतलब कि source of earning for many people। So here if a child is there, Saturday time there were not much options। They were limited schools and कोई parent ऐ नहीं कहता सी मैं स्कूलों ਕੱਢ ਲਾਂਗਾ। ਹੁਣ ਤਾਂ parent comes, there is a problem, he will pick up the child and take admission in another school। बिल्कुल कुछ भी issue ਹੁੰਦਾ है they will like कि no हमने नहीं पढ़ाना यहाँ पे, हम किसी और स्कूल में जा रहे हैं। So we have to retain that child also। We have to, especially dealing with the difficult parent is like they need to be listened। जो difficult parent है ना मतलब वो issues बड़े अजीब होंगे। बिल्कुल मैम आज एक आंधी इन्हें ना बोलिया कि मैम ने इन्हें डांटा। ਹੁਣ ਤੁਸੀਂ ਬੱਚੇ ਨੂੰ ਆਂਦੇ ਸਾਰ ਪੁੱਛਣਾ ਸ਼ੁਰੂ ਕਰੋਗੇ ਮੈਮ ਨੇ ਤਾਂ ਨਹੀਂ ਡਾਂਟਿਆ, ਤਰਨਜੋਤ ਨੇ ਮੈਮ ਨੇ ਤਾਂ ਨਹੀਂ ਡਾਂਟਿਆ ਅੱਜ। ਹਾਂਜੀ ਮਮਾ ਡਾਂਟਿਆ ਸੀਗਾ। ਸੋ ਵੀ ਆਰ ਬਾਰਜਿੰਗ ਔਨ ਚਿਲड्रन। ਸਕੂਲ ਠੀਕ ਸੀ, ਕਿਸਨੇ ਡਾਂਟਿਆ ਤਾਂ ਨਹੀਂ, ਅੱਛਾ ਕਿਸ ਫਰੈਂਡ ਨਾਲ ਤਾਂ ਨਹੀਂ ਗੱਲ ਹੋਈ। ਹੁਣ क्वेश्चंस ही ऐसे पुट करोगे rather than और बेटा स्कूल अच्छा था चल हम खाना खाते हैं फिर साथ में बात करते हैं, rather than you allowing the child to say something, you are only putting questions in his mind। अब टीचर क्लास इज टीचर है 30 बच्चों को चुप करांदे किसी ना किसी टाइम पे वो कहेगा स्टॉप इट प्लीज स्टॉप इट एवरीबॉडी स्टॉप टॉकिंग आई विल टेक यू आउट ऑफ द क्लास। तो कुछ ना कुछ only yesterday I met someone I was in a family gathering ਤੇ ਉਹ ਗੈਦਰਿੰਗ ਦੇ ਵਿੱਚ ਇੱਕ ਸਾਨੂੰ ਛੋਟਾ ਬੱਚਾ ਮਿਲਿਆ ਕਿ ਜਦ ਵੀ ਉਹਨੂੰ ਕੋਈ ਨੋ ਬੋਲਦਾ ਸੀ ਨਾ he starts crying। ਨੋ ਕਿਸੇ ਚੀਜ਼ ਤੋਂ ਰੋਕ ਨਹੀਂ ਰਿਹਾ, ਨੋ ਬੋਲਦਾ ਕਿ ਮੈਨੂੰ ਨੋ ਕਿਉਂ ਬੋਲਿਆ ਬਿਕੋਜ਼ ਉਹ ਕੰਫਰਟੇਬਲ এনवायरमेंट ਕਿਤੇ ਨਾ ਕਿਤੇ ਅਸੀਂ ਅੱਜ ਕੱਲ੍ਹ ਦੇ ਬੱਚਿਆਂ ਨੂੰ ਵੀ ਦੇ ਰਹੇ ਹਾਂ ਜੋ ਸਾਨੂੰ ਚਾਹੀਦਾ ਹੈਗਾ ਉਹ ਅਸੀਂ ਇਨਡਾਇਰੈਕਟਲੀ ਉਹਨਾਂ ਤੱਕ ਪਹੁੰਚਾ ਰਹੇ ਹਾਂ। ਸੋ ਅਗੇਨ ਜਿੱਦਾਂ ਦੀ ਤੁਸੀਂ ਅਪਰੋਚ ਦਾ ਐਗਜ਼ਾਮਪਲ ਦਿੱਤਾ ਕਿ you are directly asking them questions कि कुछ होया था नहीं, that this is giving a negative impact to in a child's mind। but rather the approach should be altered। approach parent दी थोड़ा they need to also understand and teachers also need to understand। बिल्कुल मतलब एक balance ही बना के teacher, it is like a triangle I always say where the student is at the top and the other two corners are parents and teachers, right, and there has to be a balance between this triangle। yes there has to be an equilibrium, I won't say balance also, there has to be an equilibrium। and for that matter just a random thought came into my mind कि are there any psychologists or someone who can consult the parents as well कि तुसी teachers ਨਾਲ कितना behave करना और what are the do's and what are the don'ts, because this feels like need of the hour। ਹੁਣ different boards ने भी किया है कि you have to have a guiding counselor and a therapist and a psychologist on board
ਸਾਨੂੰ ਪਤਾ ਹੈ ਜਦੋਂ ਅਸੀਂ ਗਰੋ ਅਪ ਕਰ ਰਹੇ ਸੀਗੇ ਕਈ ਵਾਰੀ ਸਾਡੇ ਮਨ 'ਚ ਡਿਫਰੈਂਟ ਤਰ੍ਹਾਂ ਦੀ ਕੁਐਸਚਨਸ ਵੈਨ ਵੀ ਗਰੋ ਅਪ ਵੈਨ ਵੀ ਆਰ ਐਂਟਰਿੰਗ ਦੈਟ ਟੀਨੇਜ we have lot of questions regarding our body, our mind, our thoughts, but ਸਾਨੂੰ ਤਦੋਂ ਸਮਝ ਨਹੀਂ ਆਉਂਦਾ ਸੀਗਾ ਕਿ ਕਿਹਨੂੰ ਪੁੱਛੀਏ ਰਾਈਟ ਉਹ ਕੁਐਸਚਨਸ ਕਈਆਂ ਨੇ ਤਾਂ ਦਬਾ ਕੇ ਆਪਣੀ ਐਡਲਟ ਏਜ ਵਿੱਚ ਆ ਕੇ ਆਨਸਰਸ ਫਾਈਂਡ ਕੀਤੇ ਕਈ ਬੱਚਿਆਂ ਨੇ ਫਿਰ ਗਲਤ ਤਰੀਕੇ ਨਾਲ ਫਾਈਂਡ ਕੀਤੇ but ਹੁਣ counselors are very important because they help you settle your curiosities very young कि आ करना की कि consequences है this is not for you, this is not the right age, so it is very important ਤੇ ਮੈਂ ਹਮੇਸ਼ਾ ਕਹਿੰਦੀ ਹਾਂ ਕਿ ਬੱਚੇ ਤੋਂ ਜ਼ਿਆਦਾ ਪੇਰੈਂਟ ਦੀ ਕਾਉਂਸਲਿੰਗ ਇੰਪੋਰਟੈਂਟ ਹੈ ਬਿਲਕੁਲ ਬਿਲਕੁਲ ਕਿਉਂਕਿ ਜਦ ਪੇਰੈਂਟਸ ਨੂੰ ਇੱਕ ਰਾਈਟ ਵੇ ਪਤਾ ਹੋਊਗਾ ਟੂ ਡੀਲ ਵਿਦ ਥਿੰਗਸ ਬਿਕੋਜ਼ ਅਲਟੀਮੇਟਲੀ ਇਟ ਇਜ਼ ਅ ਨਿਊ ਐਕਸਪੀਰੀਅੰਸ ਟੂ them as well ਬਿਲਕੁਲ ਅਸੀਂ ਵੀ ਹੁਣ ਅੱਜ ਦੇ ਟਾਈਮ 'ਚ ਆ ਕੇ ਦੇਖ ਰਹੇ ਹਾਂ ਕਿ ਐਦਾਂ ਹੋਣਾ ਚਾਹੀਦਾ ਸੀਗਾ ਬਟ ਦ ਟਾਈਮ ਹੈਜ਼ ਪਾਸਡ ਬਿਲਕੁਲ ਟਾਈਮ ਹੈਜ਼ ਪਾਸਡ ਬਿਲਕੁਲ ਹੁਣ ਬਹੁਤ ਵਾਰੀ ਹੁੰਦਾ ਹੈ ਕਿ when the result is there ਨਾ ਬੱਚੇ ਨੂੰ ਕੋਈ ਫਰਕ नहीं है सर जैसे पेरेंट थे अगे रिपोर्ट करना है सर इस पे मेहनत करनी पड़ेगी देखो साइंस भी गलत ने मार्क्स इंग्लिश भी घट ने मेहनत करो सर पेरेंट चार पेरेंट्स बैठे होंगे वो एम्बैरस ज़्यादा होंगे rather than ਇਹ फाइंड करने कि मेरे बच्चे दे घट क्यों आए या what is the reason he or she is getting embarrassed so then I take parenting comment starting अपने स्कूल 1-2 साल है कि प्लीज ਰਿਪੋਰਟ ਕਾਰਡ ਬੱਚੇ ਦਾ ਹੈ ਤੁਹਾਡੇ ਪੈਰੈਂਟਿੰਗ ਸਕਿੱਲਸ ਤੇ ਕੋਈ ਡਾਊਟ ਨਹੀਂ ਕਰ ਰਿਹਾ ਤੇ ਇਹ ਫਾਈਂਡ ਕਰੋ ਕਿ ਜੇ ਆਪਾਂ ਇੰਪਰੂਵ ਕਰ ਸਕਦੇ ਹਾਂ ਕਿਤੇ ਦੇ ਸਟਾਰਟ ਫੀਲਿੰਗ ਐਮਬੈਰਸਡ ਘਰ ਆ ਕੇ ਬੱਚੇ ਚਾਰ ਲੋਕਾਂ ਦੇ ਸਾਹਮਣੇ ਬੇਇੱਜ਼ਤੀ ਕਰਾਤਾ this is the scenario here teachers also need to be little wise that how to give the comments to parents ਬਿਲਕੁਲ ਹੁਣ ਪੇਰੈਂਟ ਲੈਣ ਆਇਆ ਬੱਚੇ ਨੂੰ ਛੁੱਟੀ ਟਾਈਮ ਬੜਾ ਕਾਮਨ ਸਿਨੈਰੀਓ ਹੈ ਲੁਧਿਆਣਾ ਦੇ ਸਕੂਲਸ ਦਾ आज इसने बड़ा तंग किया सर प्लीज सी टू इट ਉਹਦੇ ਨਾਲ 25 ਪੇਰੈਂਟਸ ਹੋਰ ਖੜੇ ਨੇ ਉਸ ਪੇਰੈਂਟ ਨੂੰ ਦੇਖ ਰਹੇ ਉਹ ਪੇਰੈਂਟ ਇੱਕ ਐਕਸਾਈਟਮੈਂਟ ਨਾਲ ਜੋ ਬੱਚੇ ਨੂੰ ਲੈ ਆਇਆ ਉਹ ਸਮਾਂ ਐਮਬੈਰਸ ਹੋ ਗਿਆ ਸੋ ਇੱਕ ਤਰ੍ਹਾਂ ਦਾ ਨਾ ਮਤਲਬ ਡਿਫਿਕਲਟ ਸਿਚੁਏਸ਼ਨ ਹੈ ਸਭ ਲਈ ਬਿਲਕੁਲ ਟੀਚਰਸ ਤੇ ਵੀ ਬਹੁਤ ਵਰਕ ਪ੍ਰੈਸ਼ਰ ਹੈ I मतलब I can always vouch ਹੁਣ ਅੱਜਕੱਲ ਸੋਸ਼ਲ ਮੀਡੀਆ ਆ ਗਿਆ ਹੈ ਅਸੀਂ ਟੀਚਰਸ ਨੂੰ ਕਹਿੰਦੇ ਨਹੀਂ ਹੈ ਤੁਸੀਂ ਪੋਸਟ ਵੀ ਪਾਣੀ ਹੈ ਲਾਈਕ ਵੀ ਕਰਨਾ ਹੈ ਤੁਸੀਂ ਰੀਪੋਸਟ ਵੀ ਕਰਨਾ ਹੈ this has to be there they are first of all they were only responsible for teaching 15 years back ਬਿਲਕੁਲ now they are responsible for admissions also they are responsible for campaigning also they are responsible for annual functions also sports days also so too much on the plate बिल्कुल from this conversation I can see there are many loopholes or many things that need to be worked upon I would suggest that we end up this episode right here but again there are many more topics yet to be discussed there are many issues that need to be addressed and all of these topics are very minute but have a very big impact on every child's mind or the parent's mind. So we'll be continuing this series and we'll be inviting more guests in the series to have their questions and their opinions on this particular segment. I hope you liked the concept and this is it from Baatein Beyond the Books. I hope you liked the conversation that we had. You all must be having अपने opinions के इधर सही बोला इधर गलत बोला do let us know in the comments below and do share it with all the early parents or people who are willing to be a teacher or they are entering into the parenting life of theirs. So yes, thank you so much Anima and I hope I get a chance again to ask you many more curious questions. Definitely. And I'll be able to see you. Any closing remarks from your side? मैं ये कहना चाहूँगी कि calmness is required. बच्चे, teachers, parents में एक equilibrium है. A balance maintain रहना चाहिए. Parents, teachers ते बच्चे वगैरह अधूरे ने, teachers बच्चे ते parents वगैरह अधूरे ने. So it's a balance. ते सानू सब नू जो आपा मैं टेक्नोलॉजिकल टाइम कवांगी बहुत स्मूथली अपने बच्चे ਨੂੰ ਇਹਦੇ ਚੋਂ ਸੇਲ ਕਰਾਣਾ ਨਾ rather than a rough patch. Right.
So they need to come out of it very beautiful. Hmm. And we are always there for the children. Ultimately, everything is for the children Right. and the youth of the country. Right. So thank you so much, ma'am. Thank you. Thank you.